बजट संसद विच रखा गया है ते बजट अप्रूव हो चुका है ते संसद दा सैशन फिलहाल मुलतवी कर दिता गया है। ਵੱਡੀਆਂ ਅਨਾਉਂਸਮੈਂਟਸ ਕੀਤੀਆਂ ਗਈਆਂ ਨੇ ਵਿੱਤ ਮੰਤਰੀ ਦੇ ਵੱਲੋਂ ਇਨਕਮ ਟੈਕਸ ਨੂੰ ਲੈ ਕੇ, ਖਾਸ ਕਰਕੇ ਨਵੀਂ ਇਨਕਮ ਟੈਕਸ ਰਜੀਮ ਦੇ ਵਿੱਚ 7 ਲੱਖ ਤੱਕ ਦੀ ਆਮਦਨ ਤੇ ਕੋਈ ਟੈਕਸ ਨਹੀਂ ਹੋਏਗਾ। जो असी स्क्रीन ते बार-बार दिखा रहे हैं कि किन्ने तो किन्ने लाख तक दी आमदन ते किन्ना फीसद टैक्स होएगा। नवी टैक्स रजीम दे विच 7 लाख तक दी आमदन ते कोई टैक्स नहीं। आम आदमी दी जे गल करिए, आम लोकां दी जे गल करिए तां इसे ते नजर बनी हुई सी। ਤਾਂ ਇਨਕਮ ਟੈਕਸ ਦੇ ਵਿੱਚ ਛੋਟ ਦਿੱਤੀ ਗਈ ਹੈ। 2 ਲੱਖ ਦਾ ਹੋਰ ਜਿਹੜਾ ਹੈ ਫਾਇਦਾ ਦੇ ਦਿੱਤਾ ਗਿਆ, ਯਾਨੀ ਪਹਿਲਾਂ 5 ਲੱਖ ਤੱਕ ਦੀ ਆਮਦਨ ਤੇ ਕੋਈ ਟੈਕਸ ਨਹੀਂ ਹੁੰਦਾ ਸੀ ਤੇ ਹੁਣ ਉਸ ਨੂੰ ਵਧਾ ਕੇ 7 ਲੱਖ ਦੀ ਸਲੈਬ ਕਰ ਦਿੱਤੀ ਗਈ ਹੈ। 7 ਲੱਖ ਤੱਕ ਕੋਈ ਟੈਕਸ ਨਹੀਂ ਹੋਏਗਾ। ਸੋ 7 ਲੱਖ ਦੀ ਆਮਦਨ ਤੱਕ ਕੋਈ ਟੈਕਸ ਨਹੀਂ ਹੋਏਗਾ। ਇਸ ਦੀ ਛੋਟ ਦੇ ਦਿੱਤੀ ਗਈ ਹੈ। 5 ਤੋਂ ਵਧਾ ਕੇ ਟੈਕਸ ਸਲੈਬ ਜਿਹੜੀ ਹੈ ਉਸ ਨੂੰ 7 ਲੱਖ ਕਰ ਦਿੱਤਾ ਗਿਆ ਹੈ। ਉਸ ਤੋਂ ਬਾਅਦ 9 ਲੱਖ ਤੱਕ ਜਿਨ੍ਹਾਂ ਦੀ ਇਨਕਮ ਹੈ, 9 ਲੱਖ ਤੱਕ ਇਨਕਮ ਤੇ ਪਹਿਲਾਂ ਜਿਸ ਤਰੀਕੇ ਨਾਲ 60,000 ਦੇ ਕਰੀਬ ਟੈਕਸ ਬਣਦਾ ਸੀ, ਹੁਣ 45,000 ਟੈਕਸ ਬਣੇਗਾ। ਇਹ ਜੋ ਮੋٹے ਤੌਰ ਤੇ ਅਸੀਂ ਸਲੈਬ ਦੇ ਮੁਤਾਬਕ ਜੋ ਇਸ ਦੇ ਵਿੱਚ ਫਾਇਦਾ ਦੱਸਿਆ ਗਿਆ ਹੈ, ਜੋ ਕੇਂਦਰੀ ਵਿੱਤ ਮੰਤਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ, ਉਸ ਦੇ ਮੁਤਾਬਕ ਸੋ 5 ਲੱਖ ਤੋਂ ਵਧਾ ਕੇ 7 ਲੱਖ ਕਰ ਦਿੱਤੀ ਗਈ ਹੈ। ਜਿਨ੍ਹਾਂ ਦੀ ਆਮਦਨ 9 ਤੋਂ 12 ਲੱਖ ਰੁਪਏ ਹੈ ਉਹਨਾਂ ਨੂੰ 15% ਟੈਕਸ ਪਏਗਾ। ਜੋ ਆਮਦਨ ਦਾ ਹੈ ਉਸ ਦਾ 15% ਟੈਕਸ ਪਏਗਾ। ਉਸ ਦੇ ਵਿੱਚ ਕੋਈ ਸੇਵਿੰਗ ਕਰਕੇ ਜਿੰਨੀ ਕ ਆਪਣਾ ਜਿਹੜਾ ਟੈਕਸ ਸੇਵਿੰਗ ਕਰ ਸਕਦਾ ਹੈ ਉਹ ਵੱਖਰੇ ਤੌਰ ਤੇ ਹੁੰਦਾ, ਪਰ 15% ਟੈਕਸ ਉਹਨਾਂ ਨੂੰ ਦੇਣਾ ਹੋਏਗਾ ਜਿਨ੍ਹਾਂ ਦੀ 9 ਤੋਂ 12 ਲੱਖ ਦੇ ਵਿੱਚ ਇਨਕਮ ਹੈ। ਕਿਉਂਕਿ ਇੱਕ ਵੱਡਾ ਸੈਕਟਰ ਜਿਹੜਾ ਹੈ, ਜਿਹੜੇ ਮਿਡਲ ਕਲਾਸ ਲੋਕ ਨੇ, ਜਿਹੜੇ ਨੌਕਰੀ ਪੇਸ਼ਾ ਲੋਕ ਨੇ, ਜੌਬ ਕਰਦੇ ਨੇ, ਉਹਨਾਂ ਦਾ ਜਿਹੜਾ ਇੱਕ ਵੱਡਾ ਤਬਕਾ ਹੈ ਉਹ ਕਰੀਬ ਇਸ ਸਲੈਬ ਦੇ ਤਹਿਤ ਆ ਜਾਂਦਾ ਹੈ। 9 ਤੋਂ 12 ਲੱਖ ਦੀ ਆਮਦਨ ਜਿਹੜੀ ਹੈ ਸਾਲ ਦੀ, ਉਸ ਦੇ ਜਾਂ 9 ਤੱਕ ਆ ਜਾਂਦਾ ਜਾਂ 9 ਤੋਂ 12। ਉਸੇ ਤਰੀਕੇ ਨਾਲ ਜਿਨ੍ਹਾਂ ਦੀ 12 ਤੋਂ 15 ਲੱਖ ਤੱਕ ਹੈ ਉਹਨਾਂ ਨੂੰ 10% ਜਿਹੜਾ ਹੈ, ਉਹਨਾਂ ਨੂੰ 20% ਜਿਹੜਾ ਹੈ ਉਹ ਟੈਕਸ ਦੇਣਾ ਪਏਗਾ। ਸੋ 15% ਟੈਕਸ 9 ਤੋਂ 12 ਤੱਕ ਹੈ ਤੇ 12 ਤੋਂ 15 ਤੱਕ 20% ਟੈਕਸ ਹੈ। ਸੋ ਇਹ ਨਵੀਆਂ ਸਲੈਬਸ ਅੱਜ ਨਿਰਧਾਰਿਤ ਕੀਤੀਆਂ ਗਈਆਂ ਨੇ ਕੇਂਦਰੀ ਵਿੱਤ ਮੰਤਰੀ ਵੱਲੋਂ ਆਪਣੀ ਬਜਟ ਸਪੀਚ ਦੇ ਦੌਰਾਨ। बिल्कुल विजय, जे इसनू इस तरीके नाल भी एनालाइज करना होवे कि नजर इसे ते बनी हुई सी 2024 दी इलैक्शंस ने, लोक सभा चोणां तो पहला आम लोकां दे लई वड्डियां अनाउंसमेंट्स होईयां ने। बिल्कुल ठीक है, बिल्कुल ठीक। जदों भी बजट हुंदा है अर्शदीप, ਉਹ ਚੀਜ਼ਾਂ ਦਾ ਤਾਂ ਬਾਅਦ ਚ ਪਤਾ ਲੱਗਦਾ ਹੈ ਕਿ ਕਿਹੜੀ ਚੀਜ਼ ਸਸਤੀ ਹੋਣੀ ਹੈ, ਕਿਹੜੀ ਚੀਜ਼ ਮਹਿੰਗੀ ਹੋਣੀ ਹੈ, ਰਸੋਈ ਤੇ ਕਿਸੇ ਦੇ ਕਿੰਨਾ ਫਰਕ ਪੈਂਦਾ ਹੈ, ਰੋਜ਼ਮਰਾ ਦੀਆਂ ਜ਼ਰੂਰਤਾਂ ਤੇ ਕਿੰਨਾ ਫਰਕ ਪੈਂਦਾ ਹੈ। ਜੇ ਵਨ ਲਾਈਨਰ ਆਪਾਂ ਕਹੀਏ ਕਿ ਬਜਟ ਦਾ ਵਨ ਲਾਈਨਰ ਜੀ ਤੇ ਸਭ ਦੀ ਨਜ਼ਰ ਰਹਿੰਦੀ ਹੁੰਦੀ ਹੈ ਟੈਕਸ ਸਲੈਬ। और पिछले लंबे समय तो टैक्स स्लैब ਦੇ ਵਿੱਚ ਕੋਈ ਬਹੁਤਾ ਬਦਲਾਵ ਨਹੀਂ ਹੋਇਆ। ਕੁਝ ਤਰੀਕੇ ਜ਼ਰੂਰ ਬਦਲੇ ਗਏ ਕਿ ਤੁਸੀਂ ਇੱਕ ਮੁਸ਼ਤਕਾਰ ਅਦਾ ਕਰਨਾ ਹੈ ਜਾਂ ਫਿਰ ਤੁਸੀਂ ਦੂਸਰੀ ਆਪਸ਼ਨ ਲੈਣੀ ਹੈ। ਆਪਸ਼ਨਸ ਦਿੱਤੀਆਂ ਗਈਆਂ, ਪਰ ਹੁਣ ਕਿਉਂਕਿ ਆਪਾਂ ਕਹਿ ਸਕਦੇ ਹਾਂ ਕਿ ਅੱਗੇ ਇਲੈਕਸ਼ਨ ਆ ਰਹੇ ਆ ਔਰ ਇੱਕ ਤਰੀਕੇ ਨਾਲ 2024 ਦੀਆਂ ਚੋਣਾਂ ਤੋਂ ਪਹਿਲਾਂ ਇਹ ਲਾਸਟ ਬਜਟ ਹੈ। ਉਦੋਂ ਤੇ ਵੋਟ ਔਨ ਅਕਾਊਂਟ ਪੇਸ਼ ਕੀਤੇ ਜਾਂਦੇ ਆ, ਫਿਰ ਜਦੋਂ ਨਵੀਂ ਸਰਕਾਰ ਬਣਦੀ ਹੈ ਫਿਰ ਉਹ ਬਜਟ ਪੇਸ਼ ਕਰਦੀ ਹੈ। ਸੋ 24 ਦਾ ਤੇ ਪਹਿਲਾਂ ਵੋਟ ਔਨ ਅਕਾਊਂਟ ਆਏਗਾ और उस तो बाद अगली सरकार फिर बजट पेश करूगी जो नवी सरकार बन गई। पर ये आप लास्ट बजट कह सकते हैं। सो जाहिर जी गल है 2 ਲੱਖ तक की जी छूट देना उसनू एक वड्डी राहत के तौर पर आप देख सकते। बिल्कुल एक वड्डी राहत है ते काफी सारियां वड्डियां अनाउंसमेंट्स ने। विजय, खेती नू लेके वड्डियां अनाउंसमेंट्स कीतियां गईयां ने। खेती सैक्टर दे विच भावें ओह नैचुरल फार्मिंग दी गल कीती होवे कि ਅਸੀਂ 3 ਸਾਲਾਂ ਦੇ ਵਿੱਚ 1 ਕਰੋੜ ਜਿਹੜੇ ਕਿਸਾਨ ਨੇ ਉਹਨਾਂ ਨੂੰ ਨੈਚੁਰਲ ਫਾਰਮਿੰਗ ਵੱਲ ਲੈ ਕੇ ਆਵਾਂਗੇ। ਦੂਸਰਾ ਖੇਤੀ ਨੂੰ ਲੈ ਕੇ ਸਟਾਰਟਅਪਸ ਦੀ ਗੱਲ ਹੋਈ ਕਿ ਡਿਜੀਟਲ ਤਰੀਕੇ ਦੇ ਨਾਲ ਉਪਕਰਨ ਉਸ ਖੇਤੀ ਦੇ ਵਿੱਚ ਲਿਆਂਦੇ ਜਾਣਗੇ। ਹੋਰ ਸਾਰੀਆਂ ਅਜਿਹੀਆਂ ਅਨਾउंसमेंट्स ਹੋਈਆਂ, ਬਹੁਤ ਵੱਡੀਆਂ ਅਨਾउंसमेंट्स ਕੀਤੀਆਂ ਗਈਆਂ ਨੇ। ਤੇ ਇੱਕ ਜਿਹੜੀ ਆਮ ਅਸੀਂ ਦੇਖਦੇ ਹਾਂ ਕਿ ਪਿਛਲੇ ਸਾਲਾਂ ਦੇ ਵਿੱਚ ਵੀ फोकस रहा है कि ग्रीन एनर्जी ते काफी फोकस किया गया इस बजट दे विच भी। बिल्कुल, क्योंकि जिहड़ा इस तरीके का बजट हुंदा है उस दे विच काफी लोक लुभावन चीज़ां आपां कह सकते हैं जिहड़ियां हुंदियां और उम्मीदां भी हुंदियां कि हुण सरकार दा आखिरी बजट है, कोई ना कोई वड्डा फायदा जिहड़ा है जरूर देऊगा। एक एक करके असीं उन्हां चीज़ां ते नज़र पावांगे, पर सब तो वड्डा इस वेले जिहड़ी खबर हर कोई जानना चाहुंदा है, जिहड़ी खबर हर शख्स दे नाल जुड़ी है, इनकम टैक्स स्लैब, उसका ਅਸੀਂ ਜ਼ਿਕਰ ਕਰ ਰਹੇ ਹਾਂ। लगातार 5 ਲੱਖ ਤੋਂ ਵਧਾ ਕੇ 7 ਲੱਖ ਤੱਕ ਦੀ, यानी जिस दी 7 ਲੱਖ तक कमाई है उसनू 0 टैक्स है। उसनू उसकी कमाई चों, उसकी सैलरी चों किसी तरह की कोई कटौती नहीं होएगी टैक्स की। उस तो बाद अगलियां स्लैब्स
9 ਤੋਂ 9 ਲੱਖ ਤੱਕ ਜਿਨ੍ਹਾਂ ਦੀ ਤਨਖਾਹ ਹੈ, ਮੋٹے ਤੌਰ ਤੇ ਅਸੀਂ ਸਮਝਾ ਦਿੰਨੇ ਆ, ਜੇ 1 ਸਾਲ ਦੀ ਕਿਸੇ ਦੀ 9 ਲੱਖ ਤੱਕ ਦੀ ਤਨਖਾਹ ਹੈ ਤਾਂ ਉਸ ਨੂੰ 45,000 ਰੁਪਇਆ ਟੈਕਸ ਦੇਣਾ ਪਏਗਾ, ਜਿਹੜਾ ਪਹਿਲਾਂ 60,000 ਰੁਪਇਆ ਕਰੀਬ ਹੋ ਜਾਂਦਾ ਸੀ। ਸੋ ਸਲੈਬਸ ਨੇ 9 ਤੋਂ 12 ਲੱਖ ਦੀ ਆਮਦਨ ਤੇ 15% ਟੈਕਸ ਤੇ 12 ਤੋਂ 15 ਲੱਖ ਦੀ ਆਮਦਨ ਤੇ 20% ਟੈਕਸ ਹੋਏਗਾ। ਸੋ ਮੋٹے ਤੌਰ ਤੇ ਇਹ ਜਿਹੜੀਆਂ ਸਲੈਬਸ ਨੇ ਨਿਰਧਾਰਿਤ ਕੀਤੀਆਂ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ। ਬਿਲਕੁਲ, ਅਸੀਂ ਸਵੇਰ ਤੋਂ ਇਸ ਦਾ ਵੀ ਵਿਜੇ ਜ਼ਿਕਰ ਕਰ ਰਹੇ ਸੀ ਕਿ ਇਸ ਤੋਂ ਪਹਿਲਾਂ ਜਿਹੜੀਆਂ ਟੈਕਸ ਸਲੈਬ ਸੀ ਉਹ ਕਿਸ ਤਰੀਕੇ ਦੇ ਨਾਲ ਸੀ, ਤਾਂ ਕਾਫੀ ਅਸੀਂ ਕਹਿ ਸਕਦੇ ਹਾਂ ਕਿ ਓਵਰਆਲ ਵੀ ਫਰਕ ਪਿਆ ਹੈ। 7 ਲੱਖ ਤੱਕ ਦੇ ਲਈ ਜੇ ਜ਼ੀਰੋ ਹੋਇਆ ਹੈ ਤਾਂ ਓਵਰਆਲ ਵੀ ਕਾਫੀ ਫਰਕ ਪਿਆ ਹੈ। ਜੋ ਤੁਸੀਂ 9 ਲੱਖ ਤੱਕ ਦੀ ਇਨਕਮ ਦਾ ਗੱਲ ਕਰ ਰਹੇ ਹੋ ਤਾਂ ਉਹ 12 ਤੋਂ 15 ਲੱਖ ਤੇ ਬਹੁਤ ਫਰਕ ਪਿਆ ਹੈ, ਤਾਂ ਉਹ ਕਿਤੇ ਨਾ ਕਿਤੇ ਰਾਹਤ ਜ਼ਰੂਰ ਆ। ਕਿਉਂਕਿ ਅਸੀਂ ਇਸ ਤੋਂ ਪਹਿਲਾਂ ਆਮ ਲੋਕਾਂ ਦੇ ਨਾਲ ਗੱਲ ਕਰ ਰਹੇ ਸੀ, ਸਾਡੇ ਸਹਿਯੋਗੀਆਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਮਹਿੰਗਾਈ ਲਗਾਤਾਰ ਵੱਧ ਰਹੀ ਹੈ ਲੇਕਿਨ ਇਨਕਮ ਨਹੀਂ ਵੱਧ ਰਹੀ ਉਸ ਤਰੀਕੇ ਦੇ ਨਾਲ, ਤਾਂ ਉਹ ਰਾਹਤ ਜ਼ਰੂਰ ਕਿਤੇ ਨਾ ਕਿਤੇ ਨਜ਼ਰ ਆਈ। ਜੇ ਮਹਿੰਗਾਈ ਦੇ ਅਕੋਰਡਿੰਗ ਆਪਾਂ ਅਰਸ਼ਦੀਪ ਇਨਕਮ ਦੀ ਗੱਲ ਕਰੀਏ ਤਾਂ ਇਨਕਮ ਵਧੀ ਤੇ ਹੈ, ਪਰ ਉਹਦੇ ਤੇ ਟੈਕਸ ਹੀ ਇੰਨੇ ਜ਼ਿਆਦਾ ਪੈ ਰਹੇ ਹੈ ਕਿ ਉਹ ਉਹਦੇ ਨਾਲ ਮਿਸਮੈਚ ਹੋ ਰਿਹਾ ਬਹੁਤ ਵੱਡਾ। ਸੋ ਆਬਵੀਅਸਲੀ ਜੇ 7 ਲੱਖ ਤੱਕ ਦੀ ਇਨਕਮ ਤੱਕ ਤੁਹਾਨੂੰ ਕੋਈ ਟੈਕਸ ਨਹੀਂ ਹੋਏਗਾ ਤਾਂ ਜ਼ਾਹਿਰ ਜੀ ਗੱਲ ਹੈ ਕਿ ਕੁਛ ਨਾ ਕੁਛ ਤੇ ਇਸ ਨੂੰ ਫਾਇਦਾ, ਜੇ ਕਿਸੇ ਦਾ 40-45,000 ਰੁਪਇਆ 50,000 ਰੁਪਇਆ ਵੀ ਬਚਦਾ ਹੈ ਤੇ ਜਿਹੜੇ ਬੰਦੇ ਦੀ ਕਮਾਈ 7 ਲੱਖ ਰੁਪਇਆ ਹੈ ਉਹਦੇ ਲਈ 45,000 ਜਾਂ 50,000 ਰੁਪਇਆ ਬਹੁਤ ਮਾਇਨੇ ਰੱਖਦਾ ਹੈ। ਬਿਲਕੁਲ, ਜੇ ਕਿਸੇ ਦੀ ਤਨਖਾਹ 25 ਜਾਂ 30 ਲੱਖ ਹੈ ਜਾਂ 50 ਲੱਖ ਹੈ ਤਾਂ ਉਸ ਦੀ ਕਮਾਈ ਲਈ 45,000 ਮਾਇਨੇ ਨਾ ਰੱਖਦਾ ਹੋਵੇ, ਪਰ 7 ਲੱਖ ਦੀ ਕਮਾਈ ਲਈ 45,000 ਬਹੁਤ ਮਾਇਨੇ ਰੱਖਦਾ ਹੈ, 30-40,000 ਬਹੁਤ ਮਾਇਨੇ ਰੱਖਦਾ ਹੈ ਜੇ ਕਿਸੇ ਦਾ ਬਚਦਾ ਹੈ। ਬਿਲਕੁਲ, ਤਾਂ ਇਹ ਅਪਡੇਟਸ ਅਸੀਂ ਸਾਰੀਆਂ ਦੱਸਾਂਗੇ ਬਜਟ ਨੂੰ ਲੈ ਕੇ, ਲੇਕਿਨ ਸਭ ਤੋਂ ਜ਼ਿਆਦਾ ਨਜ਼ਰ ਇਸੇ ਤੇ ਬਣੀ ਹੁੰਦੀ ਹੈ ਕਿ ਬਜਟ ਦੇ ਵਿੱਚ ਇਨਕਮ ਟੈਕਸ, ਇੰਡੀਵਿਜੂਅਲ ਦੇ ਉੱਤੇ ਜਿਹੜਾ ਇਨਕਮ ਟੈਕਸ ਹੈ ਉਸ ਦਾ ਮੌਕਾ ਕਦੋਂ ਆਏਗਾ। ਤੇ ਅਸੀਂ ਇਹ ਵੀ ਦੇਖਿਆ ਕਿ ਜਦੋਂ ਵਿੱਤ ਮੰਤਰੀ ਇਸ ਦਾ ਜ਼ਿਕਰ ਕਰ ਰਹੇ ਸੀ ਵਿਜੇ, ਤਾਂ ਉਹ ਵੀ ਮੁਸਕਰਾਏ ਤੇ ਬਾਕੀ ਵੀ ਜਿਹੜੇ ਮੰਤਰੀ ਸੀਗੇ ਉਹ ਵੀ ਮੁਸਕਰਾਉਂਦੇ ਨਜ਼ਰ ਆਏ ਕਿ ਹੁਣ ਉਹ ਰਾਹਤ ਦੀ ਖਬਰ ਕਹਿ ਸਕਦੇ ਕਿ ਆਈ। ਕਿਉਂਕਿ ਅਰਸ਼ਦੀਪ ਬਜਟ ਸਪੀਚ ਜਦੋਂ ਲੰਬੀ ਹੋ ਜਾਂਦੀ ਹੈ ਤਾਂ ਲੰਬੀ ਸਪੀਚ ਕਈ ਵਾਰੀ ਇਸ ਕਰਕੇ ਵੀ ਸੁਣੀ ਜਾਂਦੀ ਹੈ ਕਿ ਇਹ ਐਲਾਨ ਹਮੇਸ਼ਾ ਅਖੀਰ ਤੇ ਰੱਖਿਆ ਜਾਂਦਾ ਹੈ ਕਿ ਲਾਸਟ ਤੇ ਆ ਕੇ ਉਹਨਾਂ ਨੇ ਇਸ ਚੀਜ਼ ਦਾ ਐਲਾਨ ਕਰਨਾ ਹੈ, ਕਿਉਂਕਿ ਉਦੋਂ ਤੱਕ ਸਾਰੇ ਜੁੜੇ ਰਹਿੰਦੇ ਆ, ਬਜਟ ਤੇ ਨਜ਼ਰ ਰੱਖਦੇ ਆ, ਧਿਆਨ ਨਾਲ ਸੁਣਦੇ ਆ, ਔਰ ਅਖੀਰ ਤੇ ਆ ਕੇ ਜਦੋਂ ਟੈਕਸ ਸਲੈਬ ਦਾ ਜ਼ਿਕਰ ਹੁੰਦਾ ਹੈ ਫਿਰ ਉਸ ਤੋਂ ਬਾਅਦ ਸਭ ਦੇ ਰਿਐਕਸ਼ਨਸ ਬਦਲ ਜਾਂਦੇ ਆ, ਸਭ ਦੇ ਚਿਹਰੇ ਬਦਲ ਜਾਂਦੇ ਆ, ਔਰ ਖੁਦ ਵੀ ਮੁਸਕਰਾਉਂਦੇ ਨਜ਼ਰ ਆਏ ਨਿਰਮਲਾ ਸੀਤਾਰਮਨ, ਔਰ ਸਾਰਿਆਂ ਨੇ ਮੇਜ਼ ਥਪਥਪਾ ਕੇ ਉਹਨਾਂ ਦੇ ਇਸ ਫੈਸਲੇ ਦੀ ਤਾਇਦ ਕੀਤੀ। ਹਾਲਾਂਕਿ ਇਸ ਦਾ ਜ਼ਿਕਰ ਜ਼ਰੂਰ ਹੋ ਰਿਹਾ ਸੀ ਕਿ ਫੋਕਸ ਪਿਛਲੇ ਸਾਲਾਂ ਦੇ ਵਿੱਚ ਰਿਹਾ ਹੈ ਇਨਫਰਾਸਟ੍ਰਕਚਰ ਦੇ ਉੱਤੇ, ਹੋਰ ਚੀਜ਼ਾਂ ਦੇ ਉੱਤੇ, ਸੁਧਾਰ ਦੇ ਉੱਤੇ ਬਹੁਤ ਸਾਰਾ ਫੋਕਸ ਰਿਹਾ ਹੈ ਤੇ ਇਨਕਮ ਟੈਕਸ ਨੂੰ ਲੈ ਕੇ ਕੋਈ ਬਹੁਤੀ ਛੋਟ ਪਿਛਲੇ ਸਾਲਾਂ 'ਚ ਦੇਖਣ ਨੂੰ ਮਿਲੀ, ਤਾਂ ਇਸ ਕਰਕੇ ਬਹੁਤੀ ਉਮੀਦ ਨਹੀਂ ਲਗਾਈ ਜਾ ਰਹੀ ਸੀ। ਰਾਹਤ ਦੀ ਪਹਿਲਾਂ ਵੀ ਜਦੋਂ ਕਦੇ 50,000 ਐਕਸਟੈਂਡ ਕਰਤਾ ਉਸ ਦੇ ਵਿੱਚ, ਜਦੋਂ ਤੁਹਾਨੂੰ ਯਾਦ ਹੋਣਾ 2.5 ਲੱਖ ਤੱਕ ਦੀ ਛੋਟ ਹੁੰਦੀ ਸੀ, ਫਿਰ 3 ਕਰਤੀ, ਫਿਰ 3.5 ਕਰਤੀ, ਫਿਰ ਉਸ ਤੋਂ ਬਾਅਦ ਸਲੈਬਸ ਚੇਂਜ ਕਰਤੀਆਂ, ਫਿਰ ਆਪਸ਼ਨਸ ਦੇਤੀਆਂ ਕਿ ਕੋਈ ਇਹ ਵਾਲੀ ਟੈਕਸ ਪ੍ਰਣਾਲੀ ਲੈ ਸਕਦਾ ਹੈ ਜਾਂ ਦੂਸਰੀ। ਕਈਆਂ ਨੇ ਇੱਕ ਮੁਸ਼ਤ ਟੈਕਸ ਚੁਣ ਲਿਆ ਕਿ ਅਸੀਂ ਕੋਈ ਡਾਕੂਮੈਂਟਸ ਨਹੀਂ ਦੇਣਾ, ਕੋਈ ਕੁਝ ਨਹੀਂ, ਸਿੱਧਾ ਇੱਕ ਮੁਸ਼ਤ ਇੰਨੇ % ਪਏਗਾ। ਇਸ ਤਰੀਕੇ ਦੀਆਂ ਵੀ ਆਪਸ਼ਨਸ ਮਿਲੀਆਂ, ਪਰ ਵੱਡੀ ਛੋਟ ਆਪਾਂ ਕਹਿ ਸਕਦੇ ਹਾਂ ਵੀ ਪਿਛਲੇ 3-4-5 ਸਾਲਾਂ ਦੇ ਵਿੱਚ ਵੱਡੀ ਛੋਟ ਇਹ ਪਹਿਲੀ ਵਾਰ ਮਿਲੀ ਹੈ ਕਿ ਸਿੱਧੀ 2 ਲੱਖ ਤੱਕ ਦੀ ਤੁਹਾਨੂੰ ਰਿਬੇਟ ਦੇ ਦਿੱਤੀ ਹੋਵੇ। ਬਿਲਕੁਲ 2024 ਦੀਆਂ ਚੋਣਾਂ ਦਾ ਵਾਰ-ਵਾਰ ਜ਼ਿਕਰ ਹੋ ਰਿਹਾ ਸੀ ਕਿ ਉਸ ਤੋਂ ਪਹਿਲਾਂ ਉਮੀਦ ਕੀਤੀ ਜਾ ਸਕਦੀ ਹੈ ਕਿ ਇਸ ਤਰੀਕੇ ਦਾ ਕੋਈ ਲਾਭ ਹੈ ਜਿਹੜਾ ਆਮ ਲੋਕਾਂ ਨੂੰ ਮਿਲੇ। ਹਾਲਾਂਕਿ ਹੋਰ ਬਹੁਤ ਸਾਰੀਆਂ ਅਨਾਉਂਸਮੈਂਟਸ ਹੋਈਆਂ ਨੇ, ਵੱਡੀਆਂ ਅਨਾਉਂਸਮੈਂਟਸ ਖੇਤੀ ਨੂੰ ਲੈ ਕੇ ਹੋਈਆਂ ਨੇ, ਇਨਫਰਾਸਟ੍ਰਕਚਰ ਨੂੰ ਲੈ ਕੇ ਹੋਈਆਂ ਨੇ, ਗ੍ਰੀਨ ਐਨਰਜੀ ਤੇ ਫੋਕਸ ਰਹੇਗਾ, ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਅਨਾਉਂਸਮੈਂਟਸ ਹੋਈਆਂ ਨੇ ਕਿ 3 ਸੈਂਟਰ, ਐਕਸਲੈਂਸ ਸੈਂਟਰ ਸਥਾਪਿਤ ਕੀਤੇ ਜਾਣਗੇ, ਤਾਂ ਬਹੁਤ ਸਾਰੀਆਂ ਅਨਾਉਂਸਮੈਂਟਸ ਹੋਈਆਂ ਨੇ। ਲੇਕਿਨ ਸਭ ਤੋਂ ਵੱਡੀ ਜਿਹੜੀ ਆਮ ਆਦਮੀ ਨੂੰ ਸਿੱਧਾ ਇੰਪੈਕਟ ਕਰਦੀ ਹੈ ਉਹ ਜਿਹੜੀ ਰਾਹਤ ਹੈ ਉਹ ਇਨਕਮ ਟੈਕਸ ਦੀ ਛੋਟ ਦੀ ਰਾਹਤ ਹੈ। ਸੋ ਇੱਕ ਵਾਰੀ ਫਿਰ ਅਸੀਂ ਤੁਹਾਨੂੰ ਟੈਕਸ ਸਲੈਬਸ ਦੱਸ ਦਿੰਨੇ ਆ। 7 ਲੱਖ ਤੱਕ ਦੀ ਆਮਦਨ ਤੇ ਕੋਈ ਟੈਕਸ ਨਹੀਂ ਹੈ। ਨਵੀਂ ਟੈਕਸ ਸਲੈਬ ਤਹਿਤ ਜਿਹੜੀ ਛੋਟ ਦੀ ਸੀਮਾ ਹੈ ਉਹ 7 ਲੱਖ ਕਰ ਦਿੱਤੀ ਗਈ ਹੈ, ਔਰ ਇਨਕਮ ਟੈਕਸ ਦੇ ਨਵੇਂ ਸਲੈਬ ਦੱਸੇ ਗਏ ਨੇ। ਟੈਕਸ ਸਲੈਬ ਜਿਹੜੀ ਹੈ ਉਹ ਪਹਿਲਾਂ 6 ਸਲੈਬ ਸੀਗੀਆਂ, 6 ਤੋਂ ਘਟਾ ਕੇ ਹੁਣ ਉਹ 5 ਲੱਖ ਤੱਕ ਸਲੈਬਸ ਜਿਹੜੀਆਂ ਨੇ ਉਹ ਕਰ ਦਿੱਤੀਆਂ ਗਈਆਂ ਨੇ। ਜੇ ਪੁਰਾਣੀਆਂ ਸਲੈਬਸ ਦੇ ਮੁਤਾਬਕ ਚੱਲੀਏ ਯਾਨੀ 3 ਲੱਖ ਤੱਕ ਤੇ ਬਿਲਕੁਲ ਜ਼ੀਰੋ ਟੈਕਸ ਹੈ, 3 ਤੋਂ 6 ਦੀ ਪਹਿਲੀ ਸਲੈਬ ਹੈ ਜਿਸ ਤੇ 5% ਆ ਜਾਂਦਾ ਹੈ, ਫਿਰ 6 ਤੋਂ 9 ਦੀ ਦੂਜੀ ਸਲੈਬ ਹੋਗੀ ਜਿਸ ਤੇ 10% ਆ ਜਾਏਗਾ। ਇਸੇ ਤਰੀਕੇ ਨਾਲ ਫਿਰ 9 ਤੋਂ 12 ਦੀ ਸਲੈਬ ਹੋਗੀ ਜਿਸ ਤੇ 15 ਆ ਜਾਏਗਾ, ਫਿਰ 12 ਤੋਂ 15 ਦੀ ਸਲੈਬ ਹੋਗੀ ਜਿਸ ਤੇ 20% ਟੈਕਸ ਆ ਜਾਏਗਾ। ਇਸ ਤਰੀਕੇ ਨਾਲ ਜਿਹੜੀਆਂ ਸਲੈਬਸ ਨੇ ਉਹਨਾਂ ਦੇ ਵਿੱਚ ਬਦਲਾਵ ਕਰ ਦਿੱਤਾ ਗਿਆ ਹੈ।